ਹੈਲੋ ਸਟੂਡੈਂਟਸ, ਵੈਲਕਮ ਟੂ ਦ ਪੋਲੀਟੀਕਲ ਕਨਸੈਪਟ। ਅੱਜ ਅਸੀਂ ਕਲੀਅਰ ਕਰਾਂਗੇ ਕਿ ਭਾਰਤ ਨੂੰ ਆਜ਼ਾਦ ਕਰਵਾਉਣ ਤੋਂ ਪਹਿਲਾਂ ਨੈਸ਼ਨਲ ਸਟਰਗਲ ਕਿਵੇਂ ਸ਼ੁਰੂ ਹੁੰਦਾ ਹੈ ਤੇ ਕਿਵੇਂ ਸਟੈਪ ਬਾਏ ਸਟੈਪ ਇਸ ਦੀ ਗਰੋਥ ਹੁੰਦੀ ਹੈ ਤੇ ਕਿਹੜੀਆਂ ਅਹਿਮ ਪਰਸਨੈਲਿਟੀਜ਼ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕੀਤਾ ਹੈ ਨੈਸ਼ਨਲ ਸਟਰਗਲ ਨੂੰ ਇੰਪਰੂਵ ਕਰਨ ਦੇ ਵਿੱਚ ਤੇ ਲੋਕਾਂ ਨੂੰ ਸਪੋਰਟ ਕਰਨ ਦੇ ਵਿੱਚ। ਸੋ ਨੈਸ਼ਨਲਿਜ਼ਮ ਤੇ ਇਸ ਦੀ ਗਰੋਥ ਕਦੇ ਵੀ ਸਡਨਲੀ ਨਹੀਂ ਹੁੰਦੀ, ਇੱਕਦਮ ਨਹੀਂ ਹੁੰਦੀ। ਇਹ ਇੱਕ ਕੰਟੀਨਿਊ ਪ੍ਰੋਸੈਸ ਹੈ ਜੋ ਨੈਸ਼ਨਲਿਸਟਸ ਦੀਆਂ ਫੀਲਿੰਗਸ ਤੇ ਉਹਨਾਂ ਦੇ ਸਹਿਯੋਗ ਨਾਲ ਚੱਲਦਾ ਹੈ। ਤੇ ਹੁਣ ਆਪਾਂ ਇੰਡੀਅਨ ਨੈਸ਼ਨਲ ਸਟਰਗਲ ਨੂੰ ਡੈਪਥ ਦੇ ਵਿੱਚ ਜਾ ਕੇ ਸਮਝਾਂਗੇ। ਸੋ ਸਭ ਤੋਂ ਪਹਿਲਾਂ ਐਂਟਰੀ ਹੁੰਦੀ ਹੈ ਇੰਡੀਆ ਦੇ ਵਿੱਚ ਈਸਟ ਇੰਡੀਆ ਕੰਪਨੀ ਦੀ 1600 ਈਸਵੀ ਦੇ ਵਿੱਚ, ਜਿਸ ਨੇ ਇੰਡੀਅਨ ਰਿਸੋਰਸਿਸ ਦੀ ਰੱਜ ਕੇ ਐਕਸਪਲੋਇਟੇਸ਼ਨ ਕੀਤੀ। ਇਸ ਤੋਂ ਬਾਅਦ 1857 ਤੋਂ ਬਾਅਦ ਬ੍ਰਿਟਿਸ਼ ਗਵਰਨਮੈਂਟ ਨੇ ਇੰਡੀਆ ਤੇ ਰੂਲ ਕੀਤਾ। ਕਰਾਊਨ ਰੂਲ ਉਦੋਂ ਐਸਟੈਬਲਿਸ਼ਡ ਹੋ ਜਾਂਦਾ ਹੈ, ਜਿਸ ਨੇ ਕਿ ਇੰਡੀਆ ਦੇ ਵਿੱਚ ਪੋਵਰਟੀ ਨੂੰ ਬਹੁਤ ਜ਼ਿਆਦਾ ਇਨਕਰੀਜ਼ ਕੀਤਾ, ਇੰਡੀਆ ਨੂੰ ਆਪਣੀ ਕਲੋਨੀ ਬਣਾਇਆ। ਉਹਨਾਂ ਦੀ ਐਰੋਗੈਂਸ ਤੇ ਓਪਰੈਸਿਵ ਬਿਹੇਵੀਅਰ ਦੇ ਚੱਲਦੇ ਇੰਡੀਅਨਸ ਪੀਪਲ ਦੇ ਵਿੱਚ ਨੈਸ਼ਨਲਿਸਟਿਕ ਕੌਨਸ਼ੀਅਸਨੈਸ ਸਲੋਲੀ ਬਿਲਟ ਹੁੰਦੀ ਗਈ। ਪਰ ਸਭ ਤੋਂ ਪਹਿਲਾਂ ਨੈਸ਼ਨਲਿਜ਼ਮ ਤੇ ਆਜ਼ਾਦੀ ਦੀ ਚਿੰਗਾਰੀ ਉਹਨਾਂ ਇੰਡੀਅਨਸ ਦੇ ਅੰਦਰ ਜਗੀ ਜੋ ਇੰਗਲਿਸ਼ ਲੈਂਗੁਏਜ ਨੂੰ ਜਾਣਦੇ ਸਨ। ਇਹਨਾਂ ਨੂੰ ਅਸੀਂ ਇੰਗਲਿਸ਼ ਐਜੂਕੇਟਡ ਇੰਡੀਅਨਸ ਵੀ ਕਹਿ ਦਿੰਦੇ ਹਾਂ। ਤੇ ਇਹਨਾਂ ਇੰਗਲਿਸ਼ ਐਜੂਕੇਟਡ ਇੰਡੀਅਨਸ ਨੇ ਹੀ ਸ਼ੁਰੂਆਤੀ ਸਾਲਾਂ ਵਿੱਚ ਭਾਰਤੀ ਰਾਸ਼ਟਰਵਾਦ ਦੀ ਅਗਵਾਈ ਕੀਤੀ। ਇਸੇ ਤਰ੍ਹਾਂ ਫਿਰ ਨੈਸ਼ਨਲ ਕਾਂਗਰਸ ਦੀ ਵੀ ਸਥਾਪਨਾ ਕੀਤੀ ਗਈ 1885 ਦੇ ਵਿੱਚ। ਪਰ ਉਸ ਸਮੇਂ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਸਮਾਜਿਕ ਤੇ ਧਾਰਮਿਕ ਬੁਰਾਈਆਂ ਸਨ, ਜਿਨ੍ਹਾਂ ਨੂੰ ਦੂਰ ਕਰਨ ਦੇ ਵਿੱਚ ਬਹੁਤ ਸਾਰੇ ਥਿੰਕਰਸ ਨੇ ਆਪਣਾ ਯੋਗਦਾਨ ਪਾਇਆ ਤੇ ਆਜ਼ਾਦੀ ਦੇ ਸਟਰਗਲ ਤੋਂ ਪਹਿਲਾਂ ਹੀ ਉਹਨਾਂ ਨੂੰ ਦੂਰ ਕਰਨ ਦੇ ਲਈ ਜਦੋਜਹਿਦ ਕੀਤੀ। ਇਸੇ ਤਰ੍ਹਾਂ ਸੋਸ਼ਲ ਤੇ ਰਿਲੀਜੀਅਸ ਰੈਨੀਸਾਂਸ ਮੂਵਮੈਂਟ ਆਉਂਦੀ ਹੈ ਡੂਰਿੰਗ 19th ਸੈਂਚੁਰੀ ਤੇ ਫਿਰ ਇੰਡੀਆ ਦੇ ਵਿੱਚ ਰਾਜਨੀਤਿਕ ਜਾਗਰੂਕਤਾ ਫੈਲਾਈ ਜਾਂਦੀ ਹੈ। ਤੇ ਫਿਰ ਇੰਡੀਅਨ ਰੈਨੀਸਾਂਸ ਮੈਨ ਐਂਡ ਫਾਦਰ ਆਫ ਮਾਡਰਨ ਇੰਡੀਆ ਰਾਜਾ ਰਾਮ ਮੋਹਨ ਰਾਏ ਦਾ ਵੀ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਇੰਡੀਆ ਨੂੰ ਅੰਧ ਵਿਸ਼ਵਾਸਾਂ ਵਿੱਚੋਂ ਕੱਢਣ ਤੇ। ਉਹਨਾਂ ਨੇ ਸਤੀ ਪ੍ਰਥਾ ਨੂੰ ਖਤਮ ਕੀਤਾ ਤੇ ਬ੍ਰਹਮੋ ਸਮਾਜ ਦੀ ਵੀ ਸਥਾਪਨਾ ਕੀਤੀ 1828 ਈਸਵੀ ਦੇ ਵਿੱਚ। ਇਸ ਦੇ ਨਾਲ ਹੀ ਇਸ ਸਮੇਂ ਇੰਡੀਆ ਵਿੱਚ ਕਿੰਨੇ ਹੀ ਸਮਾਜਿਕ ਤੇ ਧਾਰਮਿਕ ਸੁਧਾਰ ਅੰਦੋਲਨ ਹੋਏ। ਇਸੇ ਤਰ੍ਹਾਂ ਹੋਰ ਵੀ ਕਈ ਪਰਸਨੈਲਿਟੀਜ਼ ਨੇ ਨੈਸ਼ਨਲਿਜ਼ਮ ਦੇ ਸਟਰਗਲ ਦੀ ਸ਼ੁਰੂਆਤ ਕਰਨ ਦੇ ਵਿੱਚ ਆਪਣਾ ਹਿੱਸਾ ਪਾਇਆ, ਜਿਵੇਂ ਕਿ ਪ੍ਰਾਰਥਨਾ ਸਮਾਜ, MG ਰਾਂਡੇ, ਆਰਿਆ ਸਮਾਜ, ਸਵਾਮੀ ਦਇਆਨੰਦ ਸਰਸਵਤੀ। ਤੇ ਇੰਡੀਅਨ ਨੈਸ਼ਨਲਿਜ਼ਮ ਦੀ ਸ਼ੁਰੂਆਤ ਨੂੰ ਪੋਸੀਬਲ ਕਰਨ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕੀਤਾ ਹੈ ਸਿੰਘ ਸਭਾਜ਼ ਨੇ। ਤੇ ਇਹਨਾਂ ਅੰਦੋਲਨਾਂ ਦੀ ਸ਼ੁਰੂਆਤ ਨੇ ਹੀ ਪੋਲੀਟੀਕਲ ਥਿੰਕਿੰਗ ਨੂੰ ਬੂਸਟ ਕੀਤਾ ਹੈ ਇੰਡੀਅਨਸ ਦੇ ਵਿੱਚ। ਤੇ ਫਿਰ ਨੈਸ਼ਨਲਿਜ਼ਮ ਤੇ ਰੈਵੋਲਿਊਸ਼ਨ ਵਰਗੇ ਸ਼ਬਦ ਇਮਰਜ ਹੁੰਦੇ ਨੇ ਇੰਡੀਅਨਸ ਦੇ ਮਾਈਂਡ ਦੇ ਵਿੱਚ। ਯੂਰਪ ਦੇ ਵਿੱਚ ਇਹ ਆਲਰੇਡੀ ਬਹੁਤ ਜ਼ਿਆਦਾ ਫੇਮਸ ਸਨ। ਤੇ ਜੇ ਹੁਣ ਆਪਾਂ ਗੱਲ ਕਰੀਏ ਸੈਕਿੰਡ ਐਲੀਮੈਂਟ ਦੀ, ਜਿਸ ਨੇ ਨੈਸ਼ਨਲ ਸਟਰਗਲ ਦੇ ਵਿੱਚ ਜਾਨ ਪਾਉਣ ਲਈ ਤੇ ਉਸ ਨੂੰ ਸਟਰੋਂਗ ਕਰਨ ਲਈ ਆਪਣਾ ਬਾਖੂਬੀ ਰੋਲ ਪਲੇ ਕੀਤਾ ਹੈ, ਤਾਂ ਉਹ ਹੈ ਪ੍ਰੈਸ। ਉਸ ਸਮੇਂ ਦੇ ਡੇਲੀ ਨਿਊਜ਼ਪੇਪਰ ਸਨ ਅੰਮ੍ਰਿਤ ਬਾਜ਼ਾਰ ਪੱਤਰਿਕਾ, ਦ ਹਿੰਦੂ, ਦ ਕੇਸਰੀ ਐਂਡ ਦ ਬੰਗਾਲੀ। ਤੇ ਫਿਰ ਜੇ ਗੱਲ ਕਰੀਏ ਇੰਡੀਅਨ ਨੈਸ਼ਨਲ ਕਾਂਗਰਸ ਦੀ, ਤਾਂ ਉਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਇਮਰਜ ਹੋਈਆਂ, ਜਿਵੇਂ ਕਿ ਬ੍ਰਿਟਿਸ਼ ਇੰਡੀਅਨ ਸੁਸਾਇਟੀ 1843 ਜਿਹੜੀ ਕਿ ਬੰਗਾਲ ਦੇ ਵਿੱਚ ਸੀ, ਬ੍ਰਿਟਿਸ਼ ਇੰਡੀਅਨ ਐਸੋਸੀਏਸ਼ਨ 1851 ਤੇ ਮਹਾਜਨ ਸਭਾ ਜਿਹੜੀ ਕਿ 1884 ਦੇ ਵਿੱਚ ਇਸਟੈਬਲਿਸ਼ਡ ਹੋਈ। ਇਹਨਾਂ ਐਸੋਸੀਏਸ਼ਨਸ ਤੇ ਆਰਗੇਨਾਈਜੇਸ਼ਨਸ ਤੋਂ ਬਾਅਦ ਹੀ ਬਰਤ ਹੁੰਦਾ ਹੈ ਇੰਡੀਅਨ ਨੈਸ਼ਨਲ ਕਾਂਗਰਸ ਦਾ। ਤੇ ਕਾਂਗਰਸ ਦੇ ਲਈ ਸੁਜੈਸ਼ਨ ਦਿੱਤਾ ਸੀ ਦਾਦਾ ਭਾਈ ਨਰੋਜੀ ਨੇ ਤੇ ਇਸ ਨੂੰ ਬਣਾਇਆ ਸੀ AO ਹਿਊਮ ਨੇ 1885 ਦੇ ਵਿੱਚ, ਜੋ ਕਿ ਇੱਕ ਰਿਟਾਇਰਡ ਆਫੀਸਰ ਸਨ ਈਸਟ ਇੰਡੀਆ ਕੰਪਨੀ ਦੇ। ਤੇ ਇਸ ਦਾ ਫਸਟ ਸੈਸ਼ਨ ਹੁੰਦਾ ਹੈ 28 ਦਸੰਬਰ 1885 ਦੇ ਵਿੱਚ, ਜਿਸ ਦੇ ਵਿੱਚ 72 ਡੈਲੀਗੇਟਸ ਸ਼ਾਮਿਲ ਹੋਏ ਸਨ। ਇੰਡੀਅਨ ਨੈਸ਼ਨਲ ਕਾਂਗਰਸ ਨੇ ਹਮੇਸ਼ਾ ਹੀ ਏਕਤਾ ਨੂੰ ਪ੍ਰਮੋਟ ਕੀਤਾ ਹੈ। ਕਿਸਾਨਾਂ ਤੇ ਵਰਕਰਸ ਨੂੰ ਵੀ ਹਮੇਸ਼ਾ ਹੀ ਉਤੇਜਿਤ ਕੀਤਾ ਹੈ ਤਾਂ ਕਿ ਉਹ ਆਪਣਾ ਵਧੀਆ ਤਰੀਕੇ ਨਾਲ ਰੋਲ ਪਲੇ ਕਰ ਸਕਣ। ਤੇ ਜੇ ਗੱਲ ਕਰੀਏ ਕਾਂਗਰਸ ਦੇ ਪਹਿਲੇ 20 ਸਾਲਾਂ ਦੀ, ਤਾਂ ਉਸ ਦੇ ਵਿੱਚ ਜ਼ਿਆਦਾਤਰ ਇਸਨੇ ਸਮਾਜਿਕ ਤੇ ਆਰਥਿਕ ਸੁਧਾਰ ਹੀ ਕੀਤੇ ਹਨ। ਤੇ ਇਸ ਤੋਂ ਬਾਅਦ ਮਾਸ ਮੂਵਮੈਂਟਸ ਦੀ ਸ਼ੁਰੂਆਤ ਕੀਤੀ, ਜਿਵੇਂ ਕਿ ਸਵਦੇਸ਼ੀ ਐਂਡ ਬਾਈਕਾਟ। ਤੇ ਹੁਣ ਗੱਲ ਕਰਦੇ ਹਾਂ ਸਟ੍ਰੈਟਜੀਜ਼ ਦੀ ਕਿ ਸਟੈਪ ਬਾਏ ਸਟੈਪ ਡਿਵੈਲਪਮੈਂਟ ਕਿਵੇਂ ਹੁੰਦੀ ਹੈ ਇੰਡੀਪੈਂਡੈਂਸ ਦੇ ਸਟਰਗਲ ਨੂੰ ਲੈ ਕੇ।
ਤੋਂ ਪਹਿਲੇ 20 ਸਾਲਾਂ ਦੇ ਦੌਰਾਨ ਕਾਂਗਰਸ ਨੂੰ ਮੋਡਰੇਟ ਕਾਂਗਰਸ ਤੇ ਇਸ ਦੇ ਲੀਡਰਸ ਨੂੰ ਮੋਡਰੇਟ ਲੀਡਰਸ ਕਿਹਾ ਜਾਂਦਾ ਸੀ। ਇਹਨਾਂ ਦਾ ਮੇਜਰ ਵੈਪਨ ਸੀ ਪ੍ਰੋਪੇਗੈਂਡਾ, ਪ੍ਰਚਾਰ ਕਰਨਾ। ਤੇ ਲੀਡਰ ਦਾਦਾ ਭਾਈ ਨੌਰੋਜੀ ਐਂਡ ਵੈਡਰਬਰਨ ਨੇ ਫੋਰਸਫੁਲੀ ਕਾਂਗਰਸ ਮੂਵਮੈਂਟ ਵੀ ਲਾਂਚ ਕਰ ਦਿੱਤੀ ਸੀ ਇੰਗਲੈਂਡ 'ਚ। ਤੇ ਇਹਨਾਂ 20 ਸਾਲਾਂ ਦੇ ਦੌਰਾਨ ਕਾਂਗਰਸ ਨੇ ਬਹੁਤ ਜ਼ਿਆਦਾ ਪੀਸਫੁਲੀ ਕੰਮ ਕੀਤਾ, ਅਪੀਲਾਂ ਕੀਤੀਆਂ ਬ੍ਰਿਟਿਸ਼ ਗਵਰਨਮੈਂਟ ਨੂੰ ਤੇ ਰਿਕੁਐਸਟਾਂ ਕੀਤੀਆਂ, ਮਤਲਬ ਕਿ ਬਹੁਤ ਜ਼ਿਆਦਾ ਸਬਰ ਰੱਖਿਆ, ਕੋਈ ਵੀ ਵਿਰੋਧ ਨਹੀਂ ਕੀਤਾ, ਵਾਇਲੈਂਟ ਨਹੀਂ ਹੋਏ। ਕਾਂਗਰਸ ਦੀਆਂ ਮੇਜਰ ਸਟ੍ਰੈਟਜੀਜ਼ ਸਨ ਆਫੀਸ਼ੀਅਲੀ ਮੀਟਿੰਗਸ ਕਰਨੀਆਂ ਤੇ ਆਪਣੀਆਂ ਡਿਮਾਂਡਸ ਨੂੰ ਫੁੱਲਫਿਲ ਕਰਨ ਲਈ ਬ੍ਰਿਟਿਸ਼ ਗਵਰਨਮੈਂਟ ਨੂੰ ਕਨਵਿੰਸ ਕਰਨਾ ਤੇ ਆਪਣਾ ਓਪੀਨੀਅਨ ਦੇਣਾ। ਤੇ ਮੋਡਰੇਟ ਕਾਂਗਰਸ ਸੀ ਜੋ ਉਹ ਆਪਣੇ ਵਿਅਕਤੀ, ਆਪਣੇ ਡੈਲੀਗੇਟਸ ਸਮੇਂ-ਸਮੇਂ ਤੇ ਇੰਗਲੈਂਡ ਭੇਜਦੀ ਸੀ ਆਪਣੇ ਪੁਆਇੰਟਸ ਨੂੰ ਡਿਸਕਸ ਤੇ ਕਲੀਅਰ ਕਰਨ ਦੇ ਲਈ ਵਿਦ ਇੰਗਲਿਸ਼ ਪੀਪਲ। ਇਹਨਾਂ ਡੈਲੀਗੇਟਸ ਨੇ ਬਹੁਤ ਸਾਰੇ ਲੈਕਚਰ ਦਿੱਤੇ ਇੰਡੀਅਨ ਅਫੇਅਰਸ ਦੇ ਉੱਤੇ। ਇਸ ਤੋਂ ਬਾਅਦ ਗੋਪਾਲ ਕ੍ਰਿਸ਼ਨ ਗੋਖਲੇ ਵੀ ਇੰਗਲੈਂਡ ਗਏ ਤੇ ਉੱਥੇ ਜਾ ਕੇ ਇੰਡੀਅਨਸ ਦੇ ਪੁਆਇੰਟ ਆਫ ਵਿਊ ਨੂੰ ਐਕਸਪ੍ਰੈਸ ਕੀਤਾ। ਸੋ ਇਹ ਸੀ ਕਾਂਗਰਸ ਦੀ ਸਟ੍ਰੈਟਜੀ। ਪਰ ਇਸ ਦਾ ਕੋਈ ਖਾਸ ਫਾਇਦਾ ਹੋਇਆ ਨਹੀਂ ਤੇ ਕਾਂਗਰਸ ਬਿਲਕੁਲ ਸਮਝ ਚੁੱਕੀ ਸੀ ਕਿ ਸਾਨੂੰ ਆਜ਼ਾਦੀ ਲੈਣ ਲਈ ਕ੍ਰਾਂਤੀਕਾਰੀ ਹੋਣਾ ਪਏਗਾ, ਬਹੁਤ ਜ਼ਿਆਦਾ ਪੀਸਫੁਲੀ ਕੰਮ ਕਰਨ ਨਾਲ ਗੱਲ ਨਹੀਂ ਬਣਨੀ। ਤੇ ਫਿਰ ਆਉਂਦਾ ਹੈ ਰੈਵੋਲੂਸ਼ਨਰੀ ਪੀਰੀਅਡ। ਜਦੋਂ ਲੱਗਿਆ ਕਿ ਐਵੇਂ ਪੀਸਫੁਲ ਰਹਿ ਕੇ ਬਗਾਵਤ ਕਰਨ ਨਾਲ ਗੱਲ ਨਹੀਂ ਬਣਨੀ, ਫਿਰ ਯੰਗ ਕਾਂਗਰਸਮੈਨ ਤੇ ਜਨਤਾ ਇਕੱਠੇ ਹੋਏ ਤੇ ਮੋਡਰੇਟ ਕਾਂਗਰਸ ਦੀਆਂ ਸਟ੍ਰੈਟਜੀ ਨੂੰ ਚੇਂਜ ਕੀਤਾ ਬਾਏ ਸਵਦੇਸ਼ੀ ਐਂਡ ਬਾਈਕਾਟ। ਸਵਦੇਸ਼ੀ ਦਾ ਮਤਲਬ ਹੈ ਸੈਲਫ ਗਵਰਨਮੈਂਟ ਇਨ ਦਾ ਕੰਟਰੀ। ਤੇ ਇਹ ਦੋਵੇਂ ਸ਼ਬਦ ਉਸ ਸਮੇਂ ਦੇ ਇੱਕ ਮੰਤਰਾ ਬਣ ਚੁੱਕੇ ਸਨ ਨੈਸ਼ਨਲ ਸਟਰਗਲ ਦੇ। ਤੇ ਫਿਰ ਨੈਸ਼ਨਲ ਮੂਵਮੈਂਟ ਨੂੰ ਸਫਲ ਬਣਾਉਣ ਲਈ ਕਾਂਗਰਸ ਦੇ ਬਹੁਤ ਸਾਰੇ ਲੀਡਰਸ ਐਂਡ ਅਦਰ ਪਰਸਨੈਲਿਟੀਜ਼ ਨੇ ਬਹੁਤ ਸਟਰੋਂਗਲੀ ਰੈਵੋਲੂਸ਼ਨਰੀ ਤਰੀਕੇ ਨਾਲ ਵਿਰੋਧ ਕੀਤਾ ਤੇ ਸਵਦੇਸ਼ੀ ਬਾਈਕਾਟ ਸ਼ਬਦ ਨੂੰ ਐਂਡ ਤੱਕ ਜਿਉਂਦਾ ਰੱਖਿਆ ਲੋਕਾਂ ਦੇ ਦਿਲਾਂ 'ਚ। ਸੋ ਜੋ ਪਹਿਲਾਂ ਵਾਲੀ ਕਾਂਗਰਸ ਸੀ, ਜਿਸ ਨੂੰ ਅਸੀਂ ਮੋਡਰੇਟ ਕਾਂਗਰਸ ਕਹਿੰਦੇ ਸਾਂ, ਉਹ ਗਵਰਨਮੈਂਟ ਦੇ ਨਾਲ ਕੰਮ ਕਰਦੀ ਸੀ ਮਿਲ ਕੇ। ਬਟ ਜਦੋਂ ਮੋਡਰੇਟ ਕਾਂਗਰਸ ਤੋਂ ਬਾਅਦ ਇਸ ਦੇ ਵਿੱਚ ਰੈਵੋਲੂਸ਼ਨਰੀਜ਼ ਐਕਟੀਵਿਟੀਜ਼ ਹੋਣ ਲੱਗ ਗਈਆਂ, ਜਿਹੜੇ ਇਸ ਦੇ ਵਿੱਚ ਕੱਟੜਪੰਥੀ ਆਏ, ਜਿਨ੍ਹਾਂ ਨੂੰ ਨਿਊ ਕਾਂਗਰਸ ਵੀ ਕਿਹਾ ਜਾਂਦਾ ਸੀ, ਉਹ ਗਵਰਨਮੈਂਟ ਨਾਲ ਕੰਮ ਨਹੀਂ, ਉਹਨਾਂ ਦੇ ਨਾਲ ਲੜਦੇ ਸੀ ਗਲਤ ਕੰਮ ਦੇ ਉੱਤੇ ਤੇ ਗਲਤ ਕਾਨੂੰਨ ਦੇ ਉੱਤੇ ਉਹਨਾਂ ਦਾ ਵਿਰੋਧ ਕਰਦੇ ਸੀ। ਸੋ ਜਿਹੜੇ ਕੱਟੜਪੰਥੀ ਹਮੇਸ਼ਾ ਹੀ ਬ੍ਰਿਟਿਸ਼ ਗਵਰਨਮੈਂਟ ਦਾ ਵਿਰੋਧ ਕਰਦੇ ਸਨ, ਇਹ ਚੀਜ਼ ਬ੍ਰਿਟਿਸ਼ਰਜ਼ ਨੂੰ ਪਸੰਦ ਨਹੀਂ ਆਈ ਤੇ ਬ੍ਰਿਟਿਸ਼ ਅਥਾਰਟੀਜ਼ ਨੇ ਸਭ ਕੁਝ ਕੀਤਾ ਕੱਟੜਪੰਥੀਆਂ ਨੂੰ ਦੂਰ ਕਰਨ ਦੇ ਲਈ ਤੇ ਮੋਡਰੇਟਸ ਨੂੰ ਖੁਸ਼ ਕਰਨ ਦੇ ਲਈ, ਕਿਉਂਕਿ ਮੋਡਰੇਟ ਸਨ ਜੋ ਉਹ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਦੇ ਸੀ, ਉਹਨਾਂ ਨੂੰ ਆਪਣੀਆਂ ਡਿਮਾਂਡਸ ਦੇ ਲਈ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦੇ ਸੀ, ਨਾ ਕਿ ਉਹਨਾਂ ਦਾ ਵਿਰੋਧ ਕਰਦੇ ਸੀ। ਤੇ ਇਸ ਤੋਂ ਬਾਅਦ ਆਲ ਇੰਡੀਆ ਮੁਸਲਿਮ ਲੀਗ ਦਾ ਵੀ 1906 ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਨੇ ਵੈਲਕਮ ਕੀਤਾ। ਤੇ ਫਿਰ ਬਾਅਦ ਵਿੱਚ ਛੋਟੇ-ਛੋਟੇ ਐਕਸ਼ਨਸ ਦੇ ਨਾਲ ਸਟਰਗਲ ਸ਼ੁਰੂ ਹੁੰਦਾ ਹੈ ਕ੍ਰਾਂਤੀਕਾਰੀ ਤਰੀਕਿਆਂ ਦੇ ਨਾਲ, ਜਿਵੇਂ ਕਿ ਕਦੇ ਦਸੰਬਰ 1907 ਦੇ ਵਿੱਚ ਟ੍ਰੇਨ ਉਡਾਉਣ ਦੀ ਕੋਸ਼ਿਸ਼ ਕਰਨਾ, ਜਿਸ ਵਿੱਚ ਬੰਗਾਲ ਦੇ ਲੈਫਟੀਨੈਂਟ ਗਵਰਨਰ ਸਫ਼ਰ ਕਰ ਰਹੇ ਸਨ। ਫਿਰ ਤੁਰੰਤ ਬਾਅਦ ਢਾਕਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਪਿੱਠ ਵਿੱਚ ਗੋਲੀ ਮਾਰ ਦੇਣਾ। ਕੁੱਲ ਮਿਲਾ ਕੇ ਵਿਰੋਧ ਦਾ ਲੈਵਲ ਇਨਕਰੀਜ਼ ਹੋ ਗਿਆ, ਬਹੁਤ ਜ਼ਿਆਦਾ ਹਾਈ ਹੋਣਾ ਸ਼ੁਰੂ ਹੋ ਗਿਆ। ਇਸੇ ਤਰ੍ਹਾਂ ਬੰਗਾਲ ਤੋਂ ਬਾਅਦ ਮਹਾਰਾਸ਼ਟਰ ਤੇ ਪੰਜਾਬ ਵੀ ਬਹੁਤ ਵੱਡੇ ਰੈਵੋਲੂਸ਼ਨਰੀ ਏਰੀਆਜ਼ ਬਣੇ। ਇਹ ਜੋ ਰੈਵੋਲੂਸ਼ਨਰੀ ਐਕਟੀਵਿਟੀਜ਼ ਸਨ, ਇਹ ਪ੍ਰੀ ਪਲੈਨਡ ਨਹੀਂ ਸਨ ਤੇ ਇਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਆਰਗੇਨਾਈਜ਼ਡ ਨਹੀਂ ਕੀਤਾ ਗਿਆ ਸੀ। ਇਹ ਬਿਲਕੁਲ ਹੀ ਰੈਂਡਮਲੀ ਇਹਨਾਂ ਦੇ ਵਿੱਚ ਜੋ ਇੰਪਰੂਵਮੈਂਟ ਹੈ ਉਹ ਹੁੰਦੀ ਗਈ ਸਮੇਂ ਦੇ ਨਾਲ ਨਾਲ। ਤੇ ਇਸੇ ਤਰ੍ਹਾਂ ਨਾਲ ਬਹੁਤ ਸਾਰੇ ਵੈਪਨਸ ਦੀ ਮੈਨੂਫੈਕਚਰਿੰਗ ਸ਼ੁਰੂ ਹੋ ਗਈ ਤੇ ਬੰਬਾਂ ਨੂੰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਗੁਪਤ ਤਰੀਕੇ ਦੇ ਨਾਲ। ਇਹ ਜੋ ਕ੍ਰਾਂਤੀਕਾਰੀ ਗਤੀਵਿਧੀਆਂ ਸਨ, ਇਹ ਇੰਡੀਆ ਦੇ ਵਿੱਚ ਹੀ ਨਹੀਂ ਸਗੋਂ ਇੰਡੀਆ ਦੀਆਂ ਹੱਦਾਂ ਦੇ ਉੱਤੇ, ਬਾਰਡਰਸ ਦੇ ਉੱਤੇ ਵੀ ਲਾਗੂ ਕੀਤੀਆਂ ਗਈਆਂ, ਸਟਾਰਟ ਕੀਤੀਆਂ ਗਈਆਂ। ਤੇ ਫਿਰ ਲੰਡਨ ਦੇ ਵਿੱਚ ਇੰਡੀਆ ਹਾਊਸ ਵੀ ਓਪਨ ਕੀਤਾ ਗਿਆ ਸ਼ਿਆਮਾ ਜੀ ਕ੍ਰਿਸ਼ਨਾ ਵਰਮਾ ਦੇ ਦੁਆਰਾ, ਜਿਨ੍ਹਾਂ ਨੇ ਇੱਕ ਪੇਪਰ ਵੀ ਪਬਲਿਸ਼ ਕੀਤਾ ਸੀ ਜਿਸ ਦਾ ਨਾਮ ਸੀ ਇੰਡੀਅਨ ਸੋਸ਼ੀਓਲੋਜਿਸਟ। ਬਾਅਦ ਵਿੱਚ ਇਹ ਹਾਊਸ ਰੈਵੋਲੂਸ਼ਨਰੀ ਐਕਟੀਵਿਟੀਜ਼ ਦਾ ਕੇਂਦਰ ਬਣ ਗਿਆ।
ਤੇ ਫਿਰ ਇਸ ਦੇ ਦੌਰਾਨ ਹੀ 1914 ਦੇ ਵਿੱਚ ਸਟਾਰਟ ਹੋ ਜਾਂਦੀ ਹੈ ਫਸਟ ਵਰਲਡ ਵਾਰ, ਜਿਸ ਦਾ ਐਂਡ ਹੁੰਦਾ ਹੈ 1918 'ਚ। ਤੇ ਫਿਰ ਬ੍ਰਿਟਿਸ਼ ਗਵਰਨਮੈਂਟ ਨੇ ਇੰਡੀਅਨਸ ਨੂੰ ਗਵਰਨਮੈਂਟ ਆਫ ਇੰਡੀਆ ਐਕਟ 1919 ਵਿੱਚ ਦਿੱਤਾ। ਮੋਟੇ-ਮੋਟੇ ਤੌਰ ਤੇ ਕੌਂਸਲਸ ਦੀਆਂ ਥੋੜ੍ਹੀਆਂ ਜਿਹੀਆਂ ਪਾਵਰਸ ਹੋਰ ਵਧਾ ਦਿੱਤੀਆਂ, ਥੋੜ੍ਹੀਆਂ ਜਿਹੀਆਂ ਪਾਵਰਸ ਨੂੰ ਹੋਰ ਜ਼ਿਆਦਾ ਇਨਕਰੀਜ਼ ਕਰ ਦਿੱਤਾ। ਤੇ ਫਿਰ ਇਸ ਤੋਂ ਬਾਅਦ ਐਂਟਰੀ ਹੁੰਦੀ ਹੈ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਮਹਾਤਮਾ ਗਾਂਧੀ ਦੀ, ਜੋ ਆਪਣੀਆਂ ਅਲੱਗ ਸਟ੍ਰੈਟਜੀਜ਼ ਲੈ ਕੇ ਆਉਂਦੇ ਨੇ, ਜਿਵੇਂ ਕਿ ਨੌਨ ਕੋਆਪਰੇਸ਼ਨ ਮੂਵਮੈਂਟ, ਜਿਹੜੀ ਕਿ 1920 ਤੋਂ 22 ਤੱਕ ਚੱਲੀ। ਉਸ ਤੋਂ ਬਾਅਦ ਸਿਵਲ ਡਿਸਓਬੀਡੈਂਸ ਮੂਵਮੈਂਟ, ਜਿਹੜੀ ਕਿ 1930 ਤੋਂ 34 ਤੱਕ ਚੱਲੀ। ਇਸ ਤੋਂ ਬਾਅਦ ਵੀ ਬਹੁਤ ਸਾਰੀਆਂ ਮੂਵਮੈਂਟਸ ਨੇ, ਸਟ੍ਰੈਟਜੀਜ਼ ਨੇ ਜੋ ਮਹਾਤਮਾ ਗਾਂਧੀ ਨੇ ਲਾਂਚ ਕੀਤੀਆਂ। ਸਾਊਥ ਅਫਰੀਕਾ ਵਿੱਚ ਮਹਾਤਮਾ ਗਾਂਧੀ ਰਹੇ ਨੇ 22 ਸਾਲ ਤੱਕ, ਤੇ ਉੱਥੋਂ ਹੀ ਉਹਨਾਂ ਨੇ ਸਿੱਖੀ ਸੀ ਨੌਨ ਵਾਇਲੈਂਟ ਸੱਤਿਆਗ੍ਰਹਿ, ਤੇ ਇੰਡੀਆ 'ਚ ਵੀ ਉਸਨੂੰ ਯੂਜ਼ ਕੀਤਾ। ਮਾਸ ਸੱਤਿਆਗ੍ਰਹਿ ਕੀਤੇ, ਕੁਆਇਟ ਇੰਡੀਆ ਮੂਵਮੈਂਟ ਕੀਤੀ, ਭਾਰਤ ਛੱਡੋ ਅੰਦੋਲਨ ਜਿਸ ਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ। ਤੇ ਇਸ ਤੋਂ ਬਾਅਦ ਜਲਿਆਂਵਾਲਾ ਬਾਗ ਕਾਂਡ ਦੇ ਅਗੇਂਸਟ ਤੇ ਰੋਅਵੈਲਟ ਐਕਟ ਦੇ ਅਗੇਂਸਟ ਨੌਨ ਕੋਆਪਰੇਸ਼ਨ ਮੂਵਮੈਂਟ ਸਟਾਰਟ ਕੀਤੀ ਗਈ। ਪਰ ਜਦੋਂ 1922 ਦੇ ਵਿੱਚ ਖਿਲਾਫਤ ਆਰਗੇਨਾਈਜੇਸ਼ਨ ਦੇ ਵਲੰਟੀਅਰਸ, ਕਿਸਾਨ ਤੇ ਕਾਂਗਰਸ ਨੇ ਮਿਲ ਕੇ ਚੌਰੀ ਚੌਰਾ 'ਚ ਜਾ ਕੇ ਗੋਰਖਪੁਰ ਡਿਸਟ੍ਰਿਕਟ ਦੇ ਵਿੱਚ ਮੂਵਮੈਂਟ ਕੀਤੀ ਇੱਕ ਪੁਲਿਸ ਸਟੇਸ਼ਨ ਦੇ ਅੱਗੇ, ਪਰ ਵਾਇਲੈਂਸ ਕ੍ਰੀਏਟ ਕਰ ਦਿੱਤੀ, ਤਾਂ ਗਾਂਧੀ ਨੂੰ ਨੌਨ ਕੋਆਪਰੇਸ਼ਨ ਮੂਵਮੈਂਟ ਹੀ ਬੰਦ ਕਰਨੀ ਪੈ ਗਈ। ਤੇ ਫਿਰ ਗਾਂਧੀ ਨੇ 8 ਸਾਲ ਲਈ ਸਾਲਟ ਸੱਤਿਆਗ੍ਰਹਿ ਸਟਾਰਟ ਕੀਤਾ। ਇਸ ਤੋਂ ਬਾਅਦ ਇਸੇ ਵਿੱਚ ਸਵਰਾਜ ਪਾਰਟੀ ਵੀ ਸਫਲ ਹੋ ਗਈ ਗਵਰਨਮੈਂਟ ਆਫ ਇੰਡੀਆ ਐਕਟ 1919 ਦੀ ਨਿੰਦਾ ਕਰਨ ਦੇ ਵਿੱਚ। ਤੇ ਇਸ ਤੋਂ ਬਾਅਦ ਇੱਕ ਹਿਸਟੋਰੀਕਲ ਲਾਹੌਰ ਸੈਸ਼ਨ ਆਫ ਦਾ ਕਾਂਗਰਸ 1929 ਦੇ ਵਿੱਚ ਹੋਇਆ, ਜਿਸ ਦੇ ਵਿੱਚ ਪੂਰਨ ਸਵਰਾਜ ਦਾ ਪੈਸੇਜ ਡਿਕਲੇਅਰ ਕੀਤਾ ਗਿਆ ਅੰਡਰ ਦਾ ਲੀਡਰਸ਼ਿਪ ਆਫ ਦਾ ਕਾਂਗਰਸ ਪ੍ਰੈਜ਼ੀਡੈਂਟ ਜਵਾਹਰ ਲਾਲ ਨਹਿਰੂ। ਸੋ ਲਾਹੌਰ ਇਜਲਾਸ ਵਿੱਚ ਲਏ ਗਏ ਫੈਸਲੇ ਦੇ ਅਨੁਸਾਰ ਦੇਸ਼ ਭਰ ਦੇ ਵਿੱਚ ਆਜ਼ਾਦੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਤੇ ਫਿਰ 26 ਜਨਵਰੀ 1930 ਨੂੰ ਸੁਤੰਤਰਤਾ ਦੀ ਸਹੁੰ ਚੁੱਕ ਸਮਾਗਮ ਨੇ ਲੋਕ ਭਾਵਨਾ ਦੀ ਡੂੰਘਾਈ ਅਤੇ ਤਾਕਤ ਦਾ ਪ੍ਰਦਰਸ਼ਨ ਕੀਤਾ। ਤੇ ਫਿਰ ਬਹੁਤ ਵੱਡੇ ਪੱਧਰ ਤੇ ਮਹਾਤਮਾ ਗਾਂਧੀ ਨੂੰ ਫੋਲੋ ਕੀਤਾ ਗਿਆ ਤੇ ਸਾਲਟ ਲਾਅ ਤੋੜਿਆ ਗਿਆ। ਤੇ ਇਸ ਤੋਂ ਬਾਅਦ ਵੀ ਮਹਾਤਮਾ ਗਾਂਧੀ ਨੇ ਆਪਣੀਆਂ ਸਟ੍ਰੈਟਜੀਜ਼ ਦੇ ਵਿੱਚ ਪੀਸਫੁਲੀ ਐਕਸ਼ਨਸ ਨੂੰ ਸ਼ਾਮਿਲ ਕੀਤਾ, ਜਿਵੇਂ ਕਿ ਫੋਰਨ ਗੁੱਡਸ ਦਾ ਬॉयਕਾਟ ਕਰਨਾ ਤੇ ਸ਼ਰਾਬ ਦੀਆਂ ਜੋ ਸ਼ਾਪਸ ਨੇ ਉਹਨਾਂ ਦੇ ਉੱਤੇ ਵੱਡੇ ਪੱਧਰ ਤੇ ਧਰਨੇ ਦੇਣੇ। ਇਸ ਦੇ ਵਿੱਚ ਮੇਲਸ ਦੇ ਨਾਲ ਨਾਲ ਫੀਮੇਲਸ ਵੀ ਸ਼ਾਮਿਲ ਹੋਈਆਂ ਤੇ ਉਹਨਾਂ ਨੇ ਜੇਲ੍ਹਾਂ ਵੀ ਕੱਟੀਆਂ। ਦਾਂਡੀ ਮਾਰਚ ਬਹੁਤ ਜ਼ਿਆਦਾ ਸਟਰੋਂਗ ਰਿਹਾ ਤੇ ਸਫਲ ਵੀ ਰਿਹਾ। ਇਸ ਤੋਂ ਬਾਅਦ ਕ੍ਰਿਪਸ ਮਿਸ਼ਨ ਆਫ 1942 ਸੀ ਜੋ ਉਹ ਵੀ ਵਾਪਸ ਭੇਜ ਦਿੱਤਾ ਗਿਆ ਵਿਦਆਊਟ ਐਨੀ ਸਪੋਰਟ ਆਫ ਇੰਡੀਆ। ਤੇ ਫਿਰ ਜਦੋਂ ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ ਤਾਂ ਉਸ ਨੂੰ ਵੀ ਲੋਕਾਂ ਨੇ ਪੂਰੇ ਜੋਸ਼ ਦੇ ਨਾਲ ਸਟਾਰਟ ਕੀਤਾ। ਤੇ ਇਸ ਤੋਂ ਬਾਅਦ 1945 'ਚ ਜਦੋਂ ਵਾਰ ਦਾ ਐਂਡ ਹੋ ਜਾਂਦਾ ਹੈ, ਇਸ ਤੋਂ ਬਾਅਦ ਬ੍ਰਿਟੇਨ ਵਿੱਚ ਚੋਣਾਂ ਹੋਈਆਂ ਤੇ ਲੇਬਰ ਪਾਰਟੀ ਜਿੱਤੀ। ਇਹ ਪਾਰਟੀ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਵਚਨਬੱਧ ਸੀ ਪਹਿਲਾਂ ਤੋਂ ਹੀ। ਤੇ ਫਿਰ ਭਾਰਤ ਨੂੰ ਆਜ਼ਾਦੀ ਦੇਣ ਦੀ ਪ੍ਰਕਿਰਿਆ ਹੋਰ ਵੀ ਤੇਜ਼ੀ ਨਾਲ ਸ਼ੁਰੂ ਹੋ ਗਈ। 1946 ਦਾ ਕੈਬਨਿਟ ਮਿਸ਼ਨ ਰਵਾਨਾ ਕੀਤਾ ਗਿਆ। ਇਸ ਦੇ ਪ੍ਰਸਤਾਵਾਂ ਨੂੰ ਸਵੀਕਾਰ ਕਰ ਲਿਆ ਗਿਆ ਸੀ, ਪਰ ਫਿਰ ਲੀਗ ਦੀ ਜਿੱਦ ਅਤੇ ਜਿਨਾਹ ਦਾ ਮੁਸਲਮਾਨਾਂ ਲਈ ਵੱਖਰਾ ਦੇਸ਼ ਦੀ ਮੰਗ ਕਰਨ ਵਾਲਾ ਜਿੱਦੀ ਰਵੱਈਆ ਜੂਨ ਜੁਲਾਈ 1947 ਦੀ ਮਾਊਂਟਬੈਟਨ ਯੋਜਨਾ ਲਈ ਜ਼ਿੰਮੇਵਾਰ ਸੀ। ਤੇ ਇਹਨਾਂ ਸੰਘਰਸ਼ਾਂ ਤੋਂ ਬਾਅਦ ਇੰਡੀਆ ਆਜ਼ਾਦ ਤਾਂ ਹੋ ਗਿਆ, ਪਰ ਇਸ ਦੇ 2 ਟੁਕੜੇ ਹੋ ਗਏ 1947 ਦੇ ਵਿੱਚ, ਇੱਕ ਇੰਡੀਆ ਤੇ ਦੂਜਾ ਪਾਕਿਸਤਾਨ।